ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਕੈਨੇਡਾ ਬਾਰਡਰ ਤੇ ਔਰਤ ਦੀ ਕਾਰ ਵਿੱਚੋਂ ਮਿਲੇ 56 ਪਿਸਤੌਲ। ਕੈਨੇਡਾ ਵੱਲੋਂ ਟੀਕਾ ਨਾ ਲਗਵਾਉਣ ਵਾਲੇ ਵਿਦਿਆਰਥੀਆਂ ਤੇ ਕਾਮਿਆਂ ਦੇ ਦਾਖਲੇ ਤੇ ਰੋਕ। ਇੰਗਲੈਂਡ बोरिस जॉनसन ਵੱਲੋਂ गैर कानूनी प्रवास खिलाफ कार्रवाई ਦੇ ਆਦੇਸ਼। उप राष्ट्रपति कमला हैरिस ਨੂੰ ਮਿਲੀ ਰਾਸ਼ਟਰਪਤੀ ਜੋ ਬਾਈਡਨ ਦੀ ਪਾਵਰ। ਏਅਰ ਇੰਡੀਆ ਦੁਨੀਆ ਦੇ ਕਈ ਦੇਸ਼ਾਂ ਲਈ ਚਲਾਏਗੀ ਨੌਨ ਸਟਾਪ ਉਡਾਣਾਂ। ਬੁਕਿੰਗ ਸ਼ੁਰੂ। ਕੀ ਹੈ ਐਲੀਜੀਬਿਲਿਟੀ। ਸਪਾਈਸ ਜੈਟ ਰਾਹੀਂ ਅੰਮ੍ਰਿਤਸਰ ਪਹੁੰਚੇ ਯਾਤਰੀ ਕੋਲੋਂ ਲੱਖਾਂ ਰੁਪਏ ਦਾ ਸੋਨਾ ਹੋਇਆ ਬਰਾਮਦ। ਅਮਰੀਕਾ ਦੇ ਸਾਰੇ ਬਾਲਗ ਲਗਵਾ ਸਕਣਗੇ ਕਰੋਨਾ ਰੋਕੂ ਟੀਕੇ ਦੀ ਬੂਸਟਰ ਡੋਜ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ontario ਦੀ ਸਰੇ ਬੀਤੇ ਦਿਨ ਇੱਕ ਅਮਰੀਕੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਔਰਤ ਕੋਲੋਂ 13 ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਉਂਡ ਪਿਸਟਲ ਮੈਗਜ਼ੀਨ ਅਤੇ 100 ਦੇ ਕਰੀਬ ਗੋਲਾ ਬਾਰੂਦ ਪ੍ਰਾਪਤ ਕੀਤਾ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ontario ਵਿੱਚ ਇਹ ਔਰਤ ਇੱਕ ਜ਼ਮੀਨੀ ਸਰਹੱਦ ਤੇ ਆਪਣੀ ਕਾਰ ਰਾਹੀਂ ਦਾਖਲ ਹੋ ਰਹੀ ਸੀ। ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਛਾਣਬੀਣ ਕੀਤੀ ਅਤੇ ਔਰਤ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਟਰੰਕ ਵਿੱਚੋਂ 56 ਰਿਵਾਲਵਰ ਮਿਲੇ ਜੋ ਉਹ ਅਮਰੀਕਾ ਤੋਂ ਕੈਨੇਡਾ ਲਿਜਾਣ ਦੀ ਕੋਸ਼ਿਸ਼ ਵਿੱਚ ਸੀ। ਔਰਤ ਨੂੰ ਬਾਰਡਰ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬੀਤੇ ਦਿਨੀ ਮਤਲਬ 19 ਨਵੰਬਰ ਨੂੰ ਇਸ ਜ਼ਬਤ ਅਸਲੇ ਦੀ ਘੋਸ਼ਣਾ ਕੀਤੀ ਹੈ ਅਤੇ ਕਿਹਾ ਕਿ ਹਾਲ ਹੀ ਵਿੱਚ ਦੱਖਣੀ ontario ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਇੱਕ ਹਥਿਆਰਾਂ ਦਾ ਜ਼ਖੀਰਾ ਸੀ ਜੋ ਹੁਣ ਤੱਕ ਜ਼ਬਤੀ ਵਿੱਚੋਂ ਇੱਕ ਹੈ। ਜਾਂਚ ਦੌਰਾਨ CBSA ਅਧਿਕਾਰੀਆਂ ਨੇ ਕਾਰ ਦੇ ਟਰੰਕ ਵਿੱਚ ਰੱਖੇ ਬਕਸੇ ਵਿੱਚ 56 ਅਣ-ਐਲਾਨੇ ਵਰਜਿਤ ਹਥਿਆਰ, 13 ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਉਂਡ ਪਿਸਤੌਲ ਦੇ ਮੈਗਜ਼ੀਨ ਅਤੇ 100 ਰਾਉਂਡ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਹ ਅਮਰੀਕੀ ਔਰਤ ਆਕਲੈਂਡ ਪਾਰਕ, ਫਲੋਰੀਡਾ ਦੀ ਹੈ ਜਿਸ ਦੀ ਉਮਰ 48 ਸਾਲ ਹੈ ਅਤੇ ਜਿਸ ਦਾ ਨਾਮ ਵਿਵੀਅਨ ਰਿਚਰਡਸ ਹੈ। CBSA ਦੁਆਰਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੇ ਦੋਸ਼ ਲੱਗੇ ਨੇ ਕਿ ਉਹਨਾਂ ਵਿੱਚੋਂ ਝੂਠੇ ਜਾਂ ਧੋਖਾਬਾਜ਼ ਬਿਆਨ ਦੇਣਾ, ਪਾਲਣਾ ਤੋਂ ਬਚਣਾ, ਗੈਰ ਕਾਨੂੰਨੀ ਤੌਰ ਤੇ ਆਯਾਤ ਕੀਤੀਆਂ ਚੀਜ਼ਾਂ ਨੂੰ ਰੱਖਣਾ, ਪ੍ਰਾਪਤ ਕਰਨਾ ਅਤੇ ਨਿਪਟਾਰਾ ਕਰਨਾ, ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨਾ, ਹਥਿਆਰਾਂ ਦਾ ਅਣਅਧਿਕਾਰਤ ਕਬਜ਼ਾ, ਵਰਜਿਤ ਹਥਿਆਰ ਜਾਂ ਪ੍ਰਤੀਬੰਧ ਹਥਿਆਰਾਂ ਦਾ ਅਣਅਧਿਕਾਰਤ ਕਬਜ਼ਾ, ਹਥਿਆਰਾਂ ਦੀ ਤਸਕਰੀ ਦੇ ਉਦੇਸ਼ ਲਈ ਕਬਜ਼ਾ ਕਰਨਾ ਸ਼ਾਮਲ ਨੇ। ਵਿਭਾਗ ਨੇ ਉਸ ਨੂੰ ਗ੍ਰਿਫਤਾਰ ਕਰਕੇ ਸਾਰੇ ਅਸਲੇ ਨੂੰ ਜ਼ਬਤ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਕੋਰੋਨਾ ਮਹਾਮਾਰੀ ਦੇ ਬੀਤੇ ਸਮੇਂ ਤੋਂ ਚੱਲ ਰਹੇ ਦੌਰ ਵਿੱਚ ਕੈਨੇਡਾ ਸਰਕਾਰ ਵੱਲੋਂ ਦੇਸ਼ ਵਿੱਚ ਵਿਦੇਸ਼ੀਆਂ ਦੇ ਦਾਖਲੇ ਬਾਰੇ ਆਪਣੇ ਨਿਯਮਾਂ ਵਿੱਚ ਫੇਰ ਬਦਲ ਕਰਨਾ ਜਾਰੀ ਹੈ। ਜਨਤਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਦੇ ਤਾਜ਼ਾ ਐਲਾਨ ਮੁਤਾਬਕ ਵਾਇਰਸ ਤੋਂ ਬਚਾਅ ਦੇ ਟੀਕੇ ਨਾ ਲਗਵਾਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ, ਵਰਕ ਪਰਮਿਟ ਧਾਰਕ ਕਾਮਿਆਂ ਨੂੰ 15 ਜਨਵਰੀ 2022 ਤੋਂ ਦੇਸ਼ ਵਿੱਚ ਦਾਖਲ ਹੋਣ ਦੀ ਮੁਕੰਮਲ ਮਨਾਹੀ ਹੋਵੇਗੀ। ਇਸ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹੋਣਗੇ। ਕੈਨੇਡਾ ਵਿੱਚ ਫਿਰ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਦੀ ਆਗਿਆ ਵੀ ਉਹਨਾਂ ਲੋਕਾਂ ਨੂੰ ਹੀ ਹੈ ਜਿਨ੍ਹਾਂ ਦੇ ਦੋਵੇਂ ਟੀਕੇ ਲੱਗੇ ਹੋਣ। ਯਾਦ ਰਹੇ ਕਿ ਵਿਦੇਸ਼ ਵਿੱਚ ਆਨਲਾਈਨ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਕੈਨੇਡਾ ਦੇ ਵਰਕ ਪਰਮਿਟ ਵਾਸਤੇ 31 ਦਸੰਬਰ 2021 ਤੱਕ ਹੀ ਯੋਗ ਮੰਨੀ ਜਾਏਗੀ। ਉਸ ਤੋਂ ਬਾਅਦ ਸਟੱਡੀ ਪਰਮਿਟ ਲੈ ਕੇ ਕੈਨੇਡਾ ਜਾ ਕੇ ਪੜ੍ਹਨਾ ਜ਼ਰੂਰੀ ਹੋਵੇਗਾ। ਇਸੇ ਦੌਰਾਨ ਹੁਣ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ 15 ਤੋਂ 11 ਸਾਲ ਦੇ ਬੱਚਿਆਂ ਵਾਸਤੇ ਫਾਈਜ਼ਰ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ ਜਿਸ ਦੇ ਟੀਕੇ ਲਗਵਾਉਣ ਲਈ ਦੇਸ਼ ਭਰ ਵਿੱਚ ਮੁਹਿੰਮ ਅਗਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਏਗੀ। 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਵੀ ਲਗਾਏ ਜਾ ਰਹੇ ਨੇ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਤਾਂ ਤੀਸਰਾ ਟੀਕਾ ਵੀ ਲਗਵਾਉਣਾ ਸ਼ੁਰੂ ਕੀਤਾ ਜਾ ਚੁੱਕਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਦੇਸ਼ ਵਿੱਚ ਵੜਨ ਵਾਲਿਆਂ ਖਿਲਾਫ ਕਾਰਵਾਈ ਅਤੇ ਮਾਮਲਾ ਦੀ ਪੜਤਾਲ ਦੇ ਆਦੇਸ਼ ਦਿੱਤੇ ਨੇ। ਜਾਣਕਾਰੀ ਅਨੁਸਾਰ ਇੰਗਲੈਂਡ ਵਿੱਚ ਸਾਲ 2021 ਵਿੱਚ ਲਗਭਗ 24,500 ਲੋਕਾਂ ਨੇ ਚੈਨਲ ਪਾਰ ਕਰਕੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ। ਉਹਨਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਫਰਾਂਸ ਤਰਫੋਂ ਅਜਿਹੇ ਲੋਕ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਸੰਬੰਧਿਤ ਮਹਿਕਮੇ ਨੂੰ ਪੜਤਾਲ ਲਈ ਆਖਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੇ ਅਹੁਦੇ ਦੀ ਸ਼ਕਤੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜੋ ਬਾਈਡਨ ਕਲੋਨੋਸਕੋਪੀ ਲਈ ਅਨਸਥੀਸੀਆ ਲੈਣ ਵਾਲੇ ਹਨ ਜਿਸ ਕਾਰਨ ਉਹਨਾਂ ਨੇ
ਕੁਝ ਸਮੇਂ ਲਈ ਆਪਣੇ ਅਹੁਦੇ ਦੀ ਕਮਾਨ ਕਮਲਾ ਹੈਰਿਸ ਨੂੰ ਸੌਂਪੀ ਹੈ। ਉਹ ਹਰ ਸਾਲ ਕਲੋਨੋਸਕੋਪੀ ਕਰਵਾਉਂਦੇ ਨੇ। ਅਮਰੀਕੀ ਰਾਸ਼ਟਰਪਤੀ ਸ਼ਨੀਚਰਵਾਰ ਨੂੰ 79 ਸਾਲ ਦੇ ਹੋ ਗਏ ਹਨ। ਇਹ ਜਾਣਕਾਰੀ ਵਾਈਟ ਹਾਊਸ ਨੇ ਸਾਂਝੀ ਕੀਤੀ ਹੈ। ਵਾਈਟ ਹਾਊਸ ਤੋਂ ਕਿਹਾ ਗਿਆ ਹੈ ਕਿ ਬਾਈਡਨ ਦੀ ਮੈਡੀਕਲ ਰਿਪੋਰਟ ਜਾਰੀ ਕੀਤੀ ਜਾਏਗੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜੋ ਬਾਈਡਨ ਆਪਣੀ ਸੱਤਾ ਕਮਲਾ ਹੈਰਿਸ ਨੂੰ ਸੌਂਪਣਗੇ। ਉਹਨਾਂ ਨੇ ਅੱਗੇ ਕਿਹਾ ਕਿ ਬਾਈਡਨ ਆਪਣੇ ਇਲਾਜ ਲਈ ਐਨਸਥੀਸੀਆ ਲੈਣਗੇ। ਇਸ ਦੇ ਨਾਲ ਹੀ ਉਦੋਂ ਤੱਕ ਕਮਲਾ ਹੈਰਿਸ ਕੋਲ ਰਾਸ਼ਟਰਪਤੀ ਅਹੁਦੇ ਦੇ ਅਧਿਕਾਰ ਹੋਣਗੇ। ਇਸ ਤੋਂ ਪਹਿਲਾਂ ਬਾਈਡਨ ਨੇ 2019 ਵਿੱਚ ਪੂਰੇ ਸਰੀਰ ਦੀ ਜਾਂਚ ਕਰਵਾਈ ਸੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਏ ਗਏ ਸਨ। ਤੁਹਾਨੂੰ ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ 1 ਮਹੀਨਾ ਪਹਿਲਾਂ ਆਪਣੀ ਕੋਵਿਡ-19 ਬਿਮਾਰੀ ਦੀ ਗੰਭੀਰਤਾ ਨੂੰ ਲੁਕਾਇਆ ਸੀ। ਇਸ ਲਈ ਉਹਨਾਂ ਦੀ ਸਖਤ ਆਲੋਚਨਾ ਹੋਈ ਸੀ। ਦੱਸ ਦਈਏ ਕਿ ਹਾਲ ਹੀ ਵਿੱਚ ਰਾਸ਼ਟਰਪਤੀ ਜੋ ਬਾਈਡਨ ਅਤੇ ਕਮਲਾ ਹੈਰਿਸ ਵਿਚਕਾਰ ਤਕਰਾਰ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਹੈਰਿਸ ਦੇ ਸਟਾਫ ਮੁਤਾਬਕ ਉਸ ਨੂੰ ਪਾਸੇ ਕੀਤਾ ਜਾ ਰਿਹਾ ਹੈ, ਜਦਕਿ ਬਾਈਡਨ ਦੀ ਟੀਮ ਨੇ ਕਿਹਾ ਕਿ ਹੈਰਿਸ ਅਮਰੀਕਾ ਦੀ ਜਨਤਾ ਨਾਲ ਖੇਡ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਮਹੀਨਿਆਂ ਵਿੱਚ ਬਾਈਡਨ ਦੇ ਮੁਕਾਬਲੇ ਹੈਰਿਸ ਦੀ ਪ੍ਰਵਾਨਗੀ ਰੇਟਿੰਗ ਵਿੱਚ ਵੀ ਭਾਰੀ ਗਿਰਾਵਟ ਆਈ ਸੀ। ਅਜਿਹੇ ਚਹੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਭਾਰਤੀ ਹਵਾਈ ਕੰਪਨੀ 에ਅਰ ਇੰਡੀਆ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਦੁਨੀਆ ਦੇ ਕਈ ਦੇਸ਼ਾਂ ਲਈ ਨਾਨ-ਸਟਾਪ ਅੰਤਰਰਾਸ਼ਟਰੀ ਉਡਾਣਾਂ ਦਾ ਐਲਾਨ ਕੀਤਾ ਹੈ। ਏਅਰਲਾਈਨਾਂ ਨੇ ਇਹਨਾਂ ਉਡਾਣਾਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਹੀ ਯਾਤਰੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਆਪਣੀ ਯੋਗਤਾ ਨੂੰ ਸਮਝ ਲੈਣ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਭਾਵ ਕੋਵਿਡ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਉੱਥੋਂ ਦੇ ਕੋਵਿਡ ਗਾਈਡਲਾਈਨਸ ਮੁਤਾਬਕ ਤੁਸੀਂ ਯੋਗ ਹੋ ਜਾਂ ਨਹੀਂ। ਟਿਕਟ ਬੁਕਿੰਗ 에ਅਰ ਇੰਡੀਆ ਦੀ ਅਧਿਕਾਰਤ ਵੈਬਸਾਈਟ airindia.in ਤੇ ਕੀਤੀ ਜਾ ਸਕਦੀ ਹੈ। 에ਅਰ ਇੰਡੀਆ ਅੰਮ੍ਰਿਤਸਰ ਤੋਂ ਲੰਡਨ ਲਈ ਨਾਨ ਸਟਾਪ ਫਲਾਈਟ ਚਲਾਏਗੀ, ਜਿਸ ਲਈ ਬੁਕਿੰਗ ਓਪਨ ਹੈ। ਇਸੇ ਤਰ੍ਹਾਂ ਤੁਸੀਂ ਅਹਿਮਦਾਬਾਦ ਤੋਂ ਲੰਡਨ ਲਈ ਨਾਨ ਸਟਾਪ ਫਲਾਈਟ ਲੈ ਸਕਦੇ ਹੋ। ਤੁਸੀਂ ਚੇਨਈ ਤੋਂ ਲੰਡਨ ਡਾਇਰੈਕਟ ਜਾ ਸਕਦੇ ਹੋ। ਤੁਸੀਂ ਬੈਂਗਲੁਰੂ ਤੋਂ ਲੰਡਨ ਦੀ ਸਿੱਧੀ ਯਾਤਰਾ ਕਰ ਸਕਦੇ ਹੋ। ਫਲਾਈਟ ਵਿੱਚ ਤ੍ਰਿਵੰਤਮਪੁਰਮ ਤੋਂ ਮਾਲੇ ਤੱਕ ਟਿਕਟ ਖਰੀਦੀ ਜਾ ਸਕਦੀ ਹੈ। ਮੁੰਬਈ ਤੋਂ ਮਾਲੇ ਲਈ ਸਿੱਧੀ ਫਲਾਈਟ ਵੀ ਹੈ। ਇਸੇ ਤਰ੍ਹਾਂ ਨਾਨ ਸਟਾਪ ਫਲਾਈਟਾਂ ਰਾਹੀਂ ਦਿੱਲੀ ਤੋਂ ਟੋਰਾਂਟੋ, ਦਿੱਲੀ ਤੋਂ ਸਾਨ ਫਰਾਂਸਿਸਕੋ, ਦਿੱਲੀ ਤੇ ਸ਼ਿਕਾਗੋ, ਮੁੰਬਈ ਤੋਂ ਨਿਊਯਾਰਕ ਤੇ ਦਿੱਲੀ ਤੋਂ ਵੈਨਕੂਵਰ ਲਈ ਵੀ ਨਾਨ ਸਟਾਪ ਫਲਾਈਟ ਰਾਹੀਂ ਸਫ਼ਰ ਕਰ ਸਕਦੇ ਹੋ। 에ਅਰ ਇੰਡੀਆ ਨੇ ਘਰੇਲੂ ਨੈਟਵਰਕ ਤੇ ਕਈ ਨਾਨ ਸਟਾਪ ਉਡਾਣਾਂ ਚਲਾਉਣ ਦਾ ਵੀ ਐਲਾਨ ਕੀਤਾ, ਜਿਸ ਲਈ ਬੁਕਿੰਗ ਵੀ ਓਪਨ ਹੈ, ਜਿਨ੍ਹਾਂ 'ਚ ਮੁੰਬਈ ਤੋਂ ਜਮੁਨਾ ਨਗਰ, ਬੈਂਗਲੁਰੂ ਤੋਂ ਚੇਨਈ, ਦਿੱਲੀ ਤੋਂ ਵਿਜੇਵਾੜਾ, ਦਿੱਲੀ ਤੋਂ ਵਿਸ਼ਾਖਾਪਟਨਾ, ਦਿੱਲੀ ਤੋਂ ਰਾਂਚੀ, ਮੁੰਬਈ ਤੋਂ ਮੰਗਲੁਰੂ, ਮੁੰਬਈ ਤੋਂ ਅੰਮ੍ਰਿਤਸਰ, हैदराबाद तो त्रिपुर्ती, हैदराबाद तो कोलकाता शामिल ने ਅਤੇ कई रूटां ते सीधा सफर किया जा सकता है। इन्हें सारे रूटां ਲਈ बुकिंग भी उपलब्ध है। कस्टम प्रिवेंटिव अमृतसर ने गुरु रामदास अंतरराष्ट्रीय हवाई अड्डे ते एक यात्री कोलों करीब 150 ग्राम सोना बरामद किया। इस दे गलबात दौरान कस्टम विभाग के अधिकारियों ने दस्सिया कि शनिचरवार नूं स्पाइस जेट की फ्लाइट राही श्री गुरु रामदास अंतरराष्ट्रीय हवाई अड्डे ते पहुंची फ्लाइट SG 711 राही अमृतसर पहुंचण वाले एक यात्री नूं शक दे आधार ते अते DRI द्वारा गुप्त सूचना दे आधार ते रोकिया अते उक व्यक्ति दी जदों बारीकी नाल जांच कीती गई तां उसने सोने नूं पेस्ट दे रूप विच बदल के अपने शरीर विच लुकाया होया सी ते तस्करी करन लई अमृतसर लिया रहा सी। कस्टम विभाग वालों इस दी शुद्धता करके अगलेरी कार्रवाई आरंभ की गई तां 24 कैरेट वाला करीब 150 ग्राम सोना बरामद किया अते जिस दी अंतरराष्ट्रीय बाजार विच कीमत 7.5 लाख रुपए दसी जा रही है। कस्टम अधिकारियों ने दस्सिया कि उक व्यक्ति नूं काबू करके अगलेरी जांच आरंभ की गई है। अमेरिका च हुण सारे बालग कोरोना रोकू टीके दी वाधू डोज लगवा सकते ने ते कोरोना वायरस दे बधदे मामलिਆਂ ਨੂੰ रोकण ते सर्दियां च इसदा कहर ज्यादा ना होवे, इसलिए 50 साल ਅਤੇ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਅਪੀਲ ਕੀਤੀ ਗਈ ਹੈ। ਨਵੇਂ ਨਿਯਮਾਂ ਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕੋਵਿਡ ਰੋਕੂ ਟੀਕੇ ਦੀ ਆਖਰੀ ਖੁਰਾਕ ਲੈਣ ਤੋਂ 6 ਮਹੀਨਿਆਂ ਬਾਅਦ ਫਾਈਜ਼ਰ ਜਾਂ ਮੋਡਰਨਾ ਦੀ ਵਾਧੂ ਖੁਰਾਕ ਲੈ ਸਕਦਾ ਹੈ। जॉनसन एंड जॉनसन ਦੀ ਇੱਕ ਡੋਜ਼ ਵਾਲਾ ਟੀਕਾ ਲਗਵਾਉਣ ਵਾਲੇ ਲੋਕ ਇਸ ਦੇ 2 ਮਹੀਨਿਆਂ ਬਾਅਦ ਇੱਕ ਵਾਧੂ ਖੁਰਾਕ ਲੈ ਸਕਦੇ ਨੇ। ਇਸ ਤੋਂ ਪਹਿਲਾਂ ਤੱਕ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਭੰਬਲ ਪੂਸਾ ਸੀ ਕਿ ਕੌਣ ਬੂਸਟਰ ਡੋਜ਼ ਲਈ ਯੋਗ ਹੈ ਅਤੇ ਕੌਣ ਉਮਰ, ਸਿਹਤ ਤੇ ਪਿਛਲੇ ਟੀਕਿਆਂ ਦੇ ਆਧਾਰ ਤੇ ਨਹੀਂ ਹੈ।
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਵੈਕਸੀਨ ਦੇ ਮੁਖੀ ਡਾਕਟਰ ਪੀਟਰ ਮਾਰਕਸ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ, ਸਾਨੂੰ ਸਪਸ਼ਟ ਤੌਰ ਤੇ ਪਤਾ ਸੀ ਕਿ ਲੋਕਾਂ ਨੂੰ ਕੁਝ ਸਧਾਰਨ ਚੀਜ਼ ਦੀ ਲੋੜ ਹੈ ਅਤੇ ਮੇਰੇ ਖਿਆਲ ਨਾਲ ਅਜਿਹਾ ਹੀ ਹੈ। ਨਵੀਂ ਨੀਤੀ ਦੇ ਸ਼ੁੱਕਰਵਾਰ ਦੇਰ ਰਾਤ ਅਧਿਕਾਰਤ ਰੂਪ ਲੈਣ ਤੋਂ ਪਹਿਲਾਂ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਵਿਗਿਆਨਕ ਸਲਾਹਕਾਰਾਂ ਨੇ ਸ਼ੁੱਕਰਵਾਰ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਬਾਲਕਾਂ ਲਈ ਬੂਸਟਰ ਡੋਜ਼ ਪ੍ਰਦਾਨ ਕਰਨ ਦੇ ਨਾਲ-ਨਾਲ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਾਧੂ ਖੁਰਾਕ ਲੈਣ ਲਈ ਕਿਹਾ ਜਾਣਾ ਚਾਹੀਦਾ ਹੈ। CDC ਦੇ ਸਲਾਹਕਾਰ ਡਾਕਟਰ ਮੈਥਿਊ ਡੇਲੀ ਨੇ ਕਿਹਾ, ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਜਿੰਨਾ ਸੰਭਵ ਹੋ ਸਕੇ ਸੁਰੱਖਿਆ ਪ੍ਰਦਾਨ ਕਰੀਏ। ਅਮਰੀਕਾ ਦੇ ਚੋਟੀ ਦੇ ਰੱਖਿਆ ਅਧਿਕਾਰੀ ਨੇ ਸ਼ਨੀਵਾਰ ਨੂੰ ਸੰਕਲਪ ਲਿਆ ਕਿ ਉਹ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਅਤੇ ਪੱਛਮੀ ਏਸ਼ੀਆ 'ਚ ਆਤਮਘਾਤੀ ਡਰੋਨਾਂ ਦੇ ਇਸ ਤੇ ਖਤਰਨਾਕ ਇਸਤੇਮਾਲ ਨਾਲ ਨਜਿੱਠਣਗੇ। ਇਸ ਸੰਕਲਪ ਵਿਸ਼ਵ ਸ਼ਕਤੀਆਂ ਨਾਲ ਹੋਏ ਈਰਾਨ ਦੇ ਆਧਾਰ 'ਚ ਲਟਕੇ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਠੱਪ ਰਹਿਣ ਦਰਮਿਆਨ ਆਇਆ ਹੈ। ਸਾਲਾਨਾ ਮਨਾਮਾ ਵਾਰਤਾਲਾਪ ਵਿੱਚ ਰੱਖਿਆ ਮੰਤਰੀ ਲਾਇਡ ਆਸਟਿਨ ਦੀਆਂ ਟਿੱਪਣੀਆਂ ਅਮਰੀਕਾ ਦੇ ਖਾੜੀ ਦੇ ਅਰਬ ਸਹਿਯੋਗੀਆਂ ਨੂੰ ਭਰੋਸਾ ਦਿਵਾਉਣ ਦੇ ਉਦੇਸ਼ ਨਾਲ ਹੈ, ਜਿੱਥੇ ਬਾਈਡਨ ਪ੍ਰਸ਼ਾਸਨ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੇ ਆਰਥਿਕ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ਈਰਾਨ ਦੇ ਯੂਰੇਨੀਅਮ ਦੀਆਂ ਗਤੀਵਿਧੀਆਂ ਨੂੰ ਸੀਮਿਤ ਕਰ ਦਿੱਤਾ ਸੀ। ਉਹਨਾਂ ਦੀ ਟਿੱਪਣੀ ਖਾੜੀ ਦੇਸ਼ਾਂ ਵੱਲੋਂ ਅਫਗਾਨਿਸਤਾਨ ਤੋਂ ਅਮਰੀਕਾ ਦੀ ਬੇਚੈਨੀ ਨਾਲ ਵਾਪਸੀ ਤੋਂ ਬਾਅਦ ਆਈ ਹੈ। ਇਸ ਨੇ ਇਸ ਦੇ ਖੇਤਰ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਦੇ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਨੇ, ਜਿੱਥੇ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚੀਨ ਅਤੇ ਰੂਸ ਨਾਲ ਕਥਿਤ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਣਾ ਤਾਕਤ ਵਧਾਉਣਾ ਚਾਹੁੰਦੇ ਹਨ। ਆਸਟਿਨ ਦੀਆਂ ਟਿੱਪਣੀਆਂ ਮੁਤਾਬਕ ਉਹ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਦੱਸਣਗੇ। ਅਮਰੀਕਾ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਵਚਨਬੱਧ ਹੈ, ਪਰ ਜੇਕਰ ਈਰਾਨ ਗੰਭੀਰਤਾ ਨਾਲ ਸ਼ਾਮਲ ਹੋਣ ਦੀ ਤਿਆਰੀ ਨਹੀਂ ਹੈ ਤਾਂ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਾਰੇ ਵਿਕਲਪਾਂ ਤੇ ਧਿਆਨ ਦੇਣਗੇ। ਈਰਾਨ ਨੇ ਲੰਬੇ ਸਮੇਂ ਤੋਂ ਆਪਣਾ ਪਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਬਣਾਏ ਰੱਖਿਆ ਹੈ। ਹਾਲਾਂਕਿ ਅਮਰੀਕੀ ਖੁਫੀਆ ਏਜੰਸੀਆਂ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਤਹਿਰਾਨ ਕੋਲ 2003 ਤੱਕ ਇੱਕ ਸੰਗਠਿਤ ਹਥਿਆਰ ਪ੍ਰੋਗਰਾਮ ਸੀ। ਸਕਾਟਲੈਂਡ ਦੇ ਗਲਾਸਗੋ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ ਤੋਂ ਬਾਅਦ ਅਮਰੀਕੀ ਜਲਵਾਯੂ ਵਚਨਬੱਧਤਾਵਾਂ ਤੇ ਸੈਨੇਟ ਵਿੱਚ ਚਰਚਾ ਹੋ ਰਹੀ ਹੈ ਅਤੇ ਬਾਈਡਨ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਸਵੱਛ ਊਰਜਾ ਦੇ ਇੱਕ ਨਵੇਂ ਯੁੱਗ ਲਈ ਵੱਡੇ ਪੱਧਰ ਤੇ ਨਿਵੇਸ਼ ਨੂੰ ਅੱਗੇ ਵਧਾਉਣ। ਸਦਨ ਦੇ ਸ਼ੁੱਕਰਵਾਰ ਨੂੰ ਲਗਭਗ 2000 ਅਰਬ ਅਮਰੀਕੀ ਡਾਲਰ ਦੀ ਸਮਾਜਿਕ ਨੀਤੀ ਅਤੇ ਜਲਵਾਯੂ ਬਿੱਲ ਪਾਸ ਕੀਤਾ, ਜਿਸ ਵਿੱਚ ਸਵੱਛ ਊਰਜਾ ਲਈ 555 ਅਰਬ ਅਮਰੀਕੀ ਡਾਲਰ ਸ਼ਾਮਲ ਹੈ। ਹਾਲਾਂਕਿ ਸੈਨੇਟ ਵੱਲੋਂ ਕਾਨੂੰਨ ਨੂੰ ਬਦਲਣਾ ਲਗਭਗ ਤੈਅ ਹੈ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਜਦ ਤੁਹਾਡੇ ਕੋਲੇ ਤੂਫਾਨ ਇੰਨੀ ਬਰਨਬਾਰਤਾ ਨਾਲ ਆ ਰਹੇ ਹਨ, ਜਿਵੇਂ ਹੀ ਤੁਸੀਂ ਇੱਕ ਨਾਲ ਨਜਿੱਠਦੇ ਹੋ ਤਾਂ ਤੁਹਾਨੂੰ ਅਗਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰਨਰ ਨੇ ਗਲਾਸਗੋ ਵਿੱਚ ਸੰਯੁਕਤ ਰਾਸ਼ਟਰ ਸੰਮੇਲਨ ਦੇ ਇਤਰ ਦੀ ਗੱਲ ਕੀਤੀ। ਇੱਥੇ ਜਲਵਾਯੂ ਵਿੱਚ ਨਿਵੇਸ਼ ਤੇ ਜ਼ੋਰ ਦੇਣ ਵਾਲੇ ਕਈ ਮੇਅਰਾਂ ਚੋਂ ਇੱਕ ਸਨ। ਇਸ ਦਰਮਿਆਨ ਜਲਵਾਯੂ ਵਿਗਿਆਨ ਅਤੇ ਊਰਜਾ ਵਿਸ਼ਲੇਸ਼ਕ JK ਹਾਸਫਿਦਰ ਨੇ ਕਿਹਾ ਕਿ ਊਰਜਾ ਨੂੰ ਹਮੇਸ਼ਾ ਸਸਤਾ ਬਣਾਉਣ ਵਾਲੀਆਂ ਬਾਜ਼ਾਰੀ ਤਾਕਤਾਂ ਨੂੰ ਅਮਰੀਕਾ ਨੂੰ ਬਹੁਤ ਅੱਗੇ ਤੱਕ ਲਿਜਾਣ 'ਚ ਮਦਦ ਕਰਨਗੀਆਂ। ਉਹਨਾਂ ਨੇ ਕਿਹਾ ਕਿ ਅਮਰੀਕਾ ਲਈ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਆਪਣੀ ਜਲਵਾਯੂ ਵਚਨਬੱਧਤਾਵਾਂ ਦਾ ਪਾਲਣ ਕਰਨ ਲਈ ਰਾਜ਼ੀ ਕਰਨਾ ਮੁਸ਼ਕਿਲ ਹੋਏਗਾ। ਮੈਰੀਲੈਂਡ ਪੈਂਸਿਲਵੇਨੀਆ ਵਿੱਚ ਪੁਲਿਸ ਨੇ ਕਾਰ 'ਚੋਂ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ। ਉਹਨਾਂ 'ਚੋਂ ਇੱਕ ਦੀ ਪਛਾਣ ਬਰਖਾਸਤ ਕੀਤੇ ਗਏ ਪੁਲਿਸ ਅਧਿਕਾਰੀ ਦੇ ਤੌਰ ਤੇ ਕੀਤੀ ਗਈ ਹੈ। ਮੈਰੀਲੈਂਡ ਸੂਬਾਈ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਬਰਟ ਵਿਕੋਸਾ ਅਤੇ 6 ਤੇ 7 ਸਾਲ ਦੀਆਂ ਉਹਨਾਂ ਦੀਆਂ 2 ਧੀਆਂ ਕਾਰ ਦੀ ਪਿਛਲੀ ਸੀਟ ਤੇ ਮਰੀਆਂ ਹੋਈਆਂ ਮਿਲੀਆਂ। ਵਿਕੋਸਾ ਬਾਲਟਿਮੋਰ ਕਾਉਂਟੀ ਦਾ ਸਾਬਕਾ ਪੁਲਿਸ ਅਧਿਕਾਰੀ ਸੀ ਤੇ ਦੋਵਾਂ ਸੂਬਿਆਂ 'ਚ ਗੁੰਡਾਗਰਦੀ ਕਰਨ ਦੇ ਦੋਸ਼ ਵਿੱਚ ਲੋੜਿੰਦਾ ਸੀ। ਪੁਲਿਸ ਨੇ ਦੱਸਿਆ ਕਿ ਕਾਰ ਦੀ ਚਾਲਕ ਸੀਟ ਤੇ ਮਰੀ ਮਿਲੀ ਔਰਤ ਦੀ ਸ਼ਨਾਖਤ ਟੀਆ ਬਾਇਨਮ ਦੇ ਤੌਰ ਤੇ ਕੀਤੀ ਗਈ ਹੈ। ਉਹ ਕਾਉਂਟੀ ਪੁਲਿਸ ਦੀ ਮੁਅੱਤਲ ਪੁਲਿਸ ਅਧਿਕਾਰੀ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਵਿਕੋਸਾ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਤੀ ਨੇ ਪੈਂਸਿਲਵੇਨੀਆ ਦੇ ਯੋਰਕ 'ਚ ਘਰ ਵਿੱਚ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਹੀ ਪੁਲਿਸ ਵਿਕੋਸਾ ਦੀ ਭਾਲ ਕਰ ਰਹੀ ਸੀ। ਵਿਕੋਸਾ ਦੀ ਪਤਨੀ ਬੱਚਿਆਂ ਨੂੰ ਲੈ ਕੇ ਵੱਖ ਰਹਿ ਰਹੀ ਸੀ। ਇਸ ਹਫਤੇ ਫਿਲਾਡੈਲਫੀਆ ਵਿੱਚ ਇੱਕ ਰੇਲ ਗੱਡੀ ਵਿੱਚ ਸਵਾਰ ਏਸ਼ੀਅਨ ਵਿਦਿਆਰਥੀਆਂ ਦੇ ਇੱਕ ਸਮੂਹ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ 4 ਨਾਬਾਲਗ ਲੜਕੀਆਂ ਵਿਰੁੱਧ ਨਸਲੀ ਨਫ਼ਰਤ ਤਹਿਤ ਡਰਾਉਣ ਧਮਕਾਉਣ ਦੇ ਦੋਸ਼ ਆਇਦ ਕੀਤੇ ਗਏ ਨੇ। ਇਹ ਜਾਣਕਾਰੀ ਫਿਲਾਡੈਲਫੀਆ ਦੇ ਜ਼ਿਲ੍ਹਾ ਅਟਾਰਨੀ ਲੈਰੀ
ਕ੍ਰਾਸਨਰ ਨੇ ਦਿੱਤੀ। ਪੁਲਿਸ ਮੁਖੀ ਥਾਮਸ ਨੈਸਟੇਲ ਦੱਖਣੀ ਪੈਨਸਿਲਵੇਨੀਆ ਟਰਾਂਸਪੋਰਟ ਅਥਾਰਟੀ ਨੇ ਕਿਹਾ ਕਿ ਲੰਘੇ ਬੁੱਧਵਾਰ ਉਲਨੇ ਤੋਂ ਰੇਲ ਗੱਡੀ ਵਿੱਚ ਏਸ਼ੀਅਨ ਵਿਦਿਆਰਥੀ, ਜਿਨ੍ਹਾਂ ਵਿੱਚ 3 ਮੁੰਡੇ ਤੇ 1 ਕੁੜੀ ਸ਼ਾਮਲ ਸੀ, ਸਵਾਰ ਸਨ। ਉਹਨਾਂ ਉੱਪਰ 4 ਲੜਕੀਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ਨੇ ਹਮਲੇ ਸਮੇਂ ਨਸਲੀ ਸ਼ਬਦਾਂ ਦੀ ਵਰਤੋਂ ਕੀਤੀ। ਪੁਲਿਸ ਮੁਖੀ ਨੇ ਕਿਹਾ ਕਿ ਇਹ ਹਮਲਾ ਬਿਨਾਂ ਕਿਸੇ ਕਾਰਨ ਕੀਤਾ ਗਿਆ ਤੇ ਨਿਸ਼ਚਿਤ ਤੌਰ ਤੇ ਇਹ ਨਸਲੀ ਹਮਲਾ ਸੀ। ਹਮਲੇ ਦੌਰਾਨ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਪੁਲਿਸ ਅਨੁਸਾਰ ਸਾਰੀਆਂ ਸ਼ੱਕੀ ਦੋਸ਼ੀ ਸ਼ਿਆਫਾਮ ਲੜਕੀਆਂ ਹਨ ਤੇ ਉਹਨਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਇੱਕ ਔਰਤ ਦੀ ਮੌਤ, 4 ਵਿਅਕਤੀ ਲਾਪਤਾ ਹੋਏ। ਇਸ ਤੋਂ ਇਲਾਵਾ ਹਜ਼ਾਰਾਂ ਪਸ਼ੂਆਂ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈ। ਹੜ੍ਹਾਂ ਕਾਰਨ ਐਬਸਟਫੋਰਡ ਨੇੜੇ ਸੂਮਸ ਪ੍ਰੇਰੀ ਦਾ ਇੱਕ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਨ 1920 ਵਿੱਚ ਇਹ ਝੀਲ ਦੀ ਤਰ੍ਹਾਂ ਹੁੰਦਾ ਸੀ, ਜਿਸ ਨੂੰ ਬਾਅਦ ਵਿੱਚ ਹਜ਼ਾਰਾਂ ਪੰਜਾਬੀਆਂ ਤੇ ਗੋਰਿਆਂ ਨੇ ਆਬਾਦ ਕੀਤਾ। ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਨੂੰ ਰੁਜ਼ਗਾਰ ਦੇਣ ਵਾਲੇ ਸੰਧੂ ਸ਼ੋਕਰ, ਸਿੱਧੂ ਤੇ ਢਿੱਲੋਂ ਬੇਰੀ ਫਾਰਮ ਇਸੇ ਇਲਾਕੇ 'ਚ ਹਨ। ਗੋਰਿਆਂ ਦੇ 41 ਮੁਰਗੀ ਖਾਨੇ ਤੇ 16,000 ਗਊਆਂ ਨੇ ਤੇ ਕੁਝ ਘੋੜਿਆਂ ਦੇ ਤਬੇਲੇ ਵੀ ਹਨ। ਕੈਨੇਡੀਅਨ ਫੌਜ ਦੇ 120 ਜਵਾਨ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਨੇ। ਸੂਬੇ 'ਚ 18,000 ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ, ਜਿਨ੍ਹਾਂ ਵਿੱਚ ਪੰਜਾਬੀ ਪਰਿਵਾਰ ਵੀ ਸ਼ਾਮਲ ਨੇ। ਹੜ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਸੜਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਸੂਬੇ ਦਾ ਪ੍ਰਮੁੱਖ ਰਾਜਮਾਰਗ ਕੋਹਾਲਾ ਹਾਈਵੇ 5 ਥਾਵਾਂ ਤੋਂ ਟੁੱਟ ਗਿਆ ਹੈ। ਵੈਨਕੂਵਰ ਤੋਂ ਕੈਲਗਰੀ ਅਤੇ ਐਡਮਿੰਟਨ ਜਾਣ ਵਾਲੇ ਵਾਹਨ ਇਸ ਹਾਈਵੇ ਤੋਂ ਹੋ ਕੇ ਲੰਘਦੇ ਨੇ। ਇਸ ਤੋਂ ਇਲਾਵਾ ਲੇਟਨ ਨੇੜੇ ਹਾਈਵੇ 1, ਮੇਟ ਨੇੜੇ ਹਾਈਵੇ 8, ਵੈਨਕੂਵਰ ਆਈਲੈਂਡ ਤੇ ਮਲਹਟ ਹਾਈਵੇ ਤੇ ਕਈ ਲਿੰਕ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਨੇ, ਜਿਸ ਕਰਕੇ ਖਾਣ ਪੀਣ ਵਾਲੀਆਂ ਵਸਤਾਂ ਤੇ ਪੈਟਰੋਲ ਦੀ ਸਪਲਾਈ ਤੇ ਕਾਫੀ ਅਸਰ ਪਿਆ ਹੈ। ਮੌਸਮ ਵਿਭਾਗ ਵੱਲੋਂ 23 ਤੇ 24 ਨਵੰਬਰ ਨੂੰ 80 ਤੋਂ 100 ਮਿਲੀਲੀਟਰ ਹੋਰ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਗ੍ਰੀਨਵਿਲੇ ਦੱਖਣੀ ਕੈਰੋਲੀਨਾ ਦੇ ਵਾਹਰਵਾਰ ਸੈਨੇਕਾ ਕਸਬੇ ਵਿੱਚ ਪਿਛਲੇ 16 ਸਾਲਾਂ ਤੋਂ ਜੇਮਸ ਫਿਟਜ਼ਲਾਰਡ ਦੇ ਨਾਂ ਰਹੇ ਵਿਅਕਤੀ ਦੀ ਮੌਤ ਤੋਂ ਬਾਅਦ ਪਛਾਣ ਫਰੈਡਰਿਕ ਮੈਕਲੀਨ ਨਾਮੀ ਵਿਅਕਤੀ ਵਜੋਂ ਹੋਈ ਹੈ, ਜੋ FBI ਵੱਲੋਂ ਲੋੜੀਂਦੇ ਖਤਰਨਾਕ 15 ਭਗੌੜੇ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਬੀਤੇ ਦਿਨੀ ਜਦੋਂ ਇੱਕ ਗੁਆਂਢੀ 70 ਸਾਲਾ ਜੇਮਸ ਦਾ ਹਾਲ ਚਾਲ ਜਾਣਨ ਲਈ ਉਸਦੇ ਘਰ ਗਿਆ ਤਾਂ ਉਸਨੂੰ ਖਰਾਬ ਹਾਲਾਤ ਵਿੱਚ ਇੱਕ ਲਾਸ਼ ਮਿਲੀ। ਪੁਲਿਸ ਨੇ ਲਾਸ਼ ਦੀ ਪਛਾਣ ਲਈ ਪੋਸਟਮਾਰਟਮ ਦੀ ਰਿਪੋਰਟ ਅਤੇ ਉਂਗਲਾਂ ਦੇ ਨਿਸ਼ਾਨਾਂ ਦੀ ਵਰਤੋਂ ਕੀਤੀ, ਜਿਸ ਦੇ ਆਧਾਰ ਤੇ ਪਤਾ ਲੱਗਾ ਕਿ ਜੇਮਸ ਦੀ ਲਾਸ਼ ਨਹੀਂ ਸਗੋਂ ਫਰੈਡਰਿਕ ਮੈਕਲੀਨ ਦੀ ਲਾਸ਼ ਸੀ, ਜਿਸ ਦੀ ਤਲਾਸ਼ FBI ਪਿਛਲੇ 16 ਸਾਲਾਂ ਤੋਂ ਕਰ ਰਹੀ ਸੀ। ਮੈਕਲੀਨ ਕੈਲੀਫੋਰਨੀਆ ਦੇ ਸੈਨ ਡਾਇਗੋ ਪੁਲਿਸ ਵਿਭਾਗ ਨੂੰ ਬੱਚਿਆਂ ਤੇ ਸਰੀਰਕ ਸ਼ੋਸ਼ਣ ਦੇ ਮਕਸਦ ਨਾਲ ਹਮਲੇ ਕਰਨ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। UAE ਵਿੱਚ ਚੀਨ ਚੋਰੀ ਛਿਪੇ ਫੌਜੀ ਅੱਡੇ ਦਾ ਨਿਰਮਾਣ ਕਰ ਰਿਹਾ ਸੀ। ਅਮਰੀਕੀ ਦਖਲ ਤੋਂ ਬਾਅਦ ਨਿਰਮਾਣ ਰੋਕ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ UAE ਦੇ ਅਧਿਕਾਰੀ ਇਸ ਤੋਂ ਅਣਜਾਣ ਸਨ। ਦ ਗਾਰਡੀਅਨ ਨੇ ਖਬਰ ਦਿੱਤੀ ਹੈ ਕਿ ਅਮਰੀਕੀ ਖੂਫੀਆ ਏਜੰਸੀਆਂ ਨੂੰ ਇਸੇ ਸਾਲ ਨਿਰਮਾਣ ਕਾਰਜ ਦੇ ਸਬੂਤ ਮਿਲੇ। ਖੂਫੀਆ ਏਜੰਸੀਆਂ ਨੇ ਪਾਇਆ ਕਿ UAE 'ਚ ਚੀਨ ਗੁਪਤ ਫੌਜ ਟਿਕਾਣਾ ਤਿਆਰ ਕਰ ਰਹੀ ਹੈ। ਵਾਲ ਸਟਰੀਟ ਜਰਨਲ ਨੇ ਖਬਰ ਦਿੱਤੀ ਹੈ ਕਿ ਉਪਗ੍ਰਹਿ ਤੋਂ ਪ੍ਰਾਪਤ ਖਲੀਫਾ ਬੰਦਰਗਾਹ ਦੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਕੰਟੇਨਰ ਟਰਮੀਨਲ ਦੇ ਅੰਦਰ ਸ਼ੱਕੀ ਨਿਰਮਾਣ ਹੋ ਰਿਹਾ ਹੈ। ਇਹ ਨਿਰਮਾਣ ਕਾਰਜ ਇੱਕ ਚੀਨੀ ਜਹਾਜ਼ ਰਾਣੀ ਕਾਰਪੋਰੇਸ਼ਨ ਕੋਸੋਕੋ ਕਰਵਾ ਰਿਹਾ ਸੀ। ਇੱਕ ਬਹੁ ਮੰਜ਼ਿਲਾ ਇਮਾਰਤ ਲਈ ਵੱਡੇ ਪੈਮਾਨੇ ਤੇ ਖੁਦਾਈ ਕੀਤੀ ਜਾ ਰਹੀ ਸੀ। ਛਾਣਬੀਣ ਤੋਂ ਬਚਣ ਲਈ ਸਥਾਨ ਨੂੰ ਲੁਕੋ ਕੇ ਰੱਖਿਆ ਗਿਆ ਸੀ। ਬਾਈਡਨ ਪ੍ਰਸ਼ਾਸਨ ਨੇ UAE ਦੇ ਅਧਿਕਾਰੀਆਂ ਨਾਲ ਐਮਰਜੈਂਸੀ ਗੱਲਬਾਤ ਕੀਤੀ। ਅਧਿਕਾਰੀਆਂ ਨੂੰ ਇਸ ਚੀਨ ਦੀ ਫੌਜੀ ਕਾਰਵਾਈ ਦੀ ਕੋਈ ਜਾਣਕਾਰੀ ਨਹੀਂ ਸੀ। ਮਈ ਤੇ ਅਗਸਤ ਵਿੱਚ ਜੋ ਬਾਈਡਨ ਤੇ ਆਬੂ ਧਾਬੀ ਦੇ ਯੁਵਰਾਜ ਮੁਹੰਮਦ ਬਿਨ ਜ਼ਾਇਦ ਅਲ ਨਹਯਾਨ ਵਿਚਾਲੇ ਸਿੱਧੀ ਗੱਲਬਾਤ ਹੋਈ। ਸਤੰਬਰ 'ਚ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਤੇ ਵਾਈਟ ਹਾਊਸ ਵਿੱਚ ਪੱਛਮੀ ਏਸ਼ੀਆ ਦੇ ਕੋਆਰਡੀਨੇਟਰ ਬ੍ਰੇਟ ਮੈਕਗਰਕ UAE ਗਏ ਤੇ ਅਮੀਰਾਤ ਦੇ ਅਧਿਕਾਰੀਆਂ ਦੇ ਸਾਹਮਣੇ ਅਮਰੀਕੀ ਖੂਫੀਆ ਵਿਭਾਗ ਦਾ ਬਿਊਰਾ ਪੇਸ਼ ਕੀਤਾ। ਇਸ ਹਫ਼ਤੇ ਮੈਕਗੁਰਕ ਯੁਵਰਾਜ ਨੂੰ ਮਿਲਣ ਆਏ। ਅਮਰੀਕੀ ਅਧਿਕਾਰੀਆਂ ਵੱਲੋਂ ਖਲੀਫਾ ਸਥਾਨ ਦਾ ਨਿਰੀਖਣ ਕਰਨ ਤੋਂ ਬਾਅਦ ਨਿਰਮਾਣ ਕਾਰਜ ਰੋਕ ਦਿੱਤਾ ਗਿਆ। ਆਟਰਨੋਲੋਜੀ ਹੈਡ ਐਂਡ ਨੈਕ ਸਰਜਰੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਅਮਰੀਕਾ ਵਿੱਚ ਕਰੋਨਾ ਦੀ ਲਾਗ ਦੇ ਮਹੀਨਿਆਂ ਬਾਅਦ ਵੀ ਲੱਖਾਂ ਲੋਕਾਂ ਨੂੰ ਸੁੰਘਣ ਦਾ ਅਹਿਸਾਸ ਨਹੀਂ ਹੋ ਸਕਿਆ ਹੈ। ਅਧਿਐਨ ਅਨੁਸਾਰ ਅਮਰੀਕਾ ਵਿੱਚ ਲਗਭਗ 16 ਲੱਖ ਦੇ ਕਰੀਬ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕਰੋਨਾ ਸੀ ਤੇ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਸੁੰਘਣ ਦੀ ਸਮੱਸਿਆ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਲੋਕ ਪਿਛਲੇ 6 ਮਹੀਨਿਆਂ ਤੋਂ ਗੰਧ ਨੂੰ ਮਹਿਸੂਸ ਨਹੀਂ ਕਰ ਪਾ ਰਹੇ ਸਨ। ਨਿਊਜ਼ ਏਜੰਸੀ
IANS ਨੇ CNN ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੇਂਟ ਲੂਇਸ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜੀਆਂ ਨੇ ਪਾਇਆ ਕਿ ਜ਼ਿਆਦਾਤਰ ਲੋਕ ਹੌਲੀ-ਹੌਲੀ ਸੁੰਘਣ ਦੀ ਸਮਰੱਥਾ ਨੂੰ ਠੀਕ ਕਰ ਲੈਂਦੇ ਨੇ, ਪਰ ਕੁਝ ਲੋਕ ਇਸ ਨੂੰ ਦੁਬਾਰਾ ਹਾਸਲ ਨਹੀਂ ਕਰ ਪਾਉਂਦੇ। ਖੋਜਕਰਤਾ ਇਸ ਨੂੰ ਚਿੰਤਾਜਨਕ ਮੰਨ ਰਹੇ ਨੇ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅੰਕੜੇ ਇੱਕ ਨਵੀਂ ਜਨਤਕ ਸਿਹਤ ਚਿੰਤਾ ਵੱਲ ਇਸ਼ਾਰਾ ਕਰਦੇ ਨੇ ਅਤੇ ਹੋਰ ਅਧਿਐਨ ਦੀ ਮੰਗ ਕਰਦੇ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਇੱਕ ਅਧਿਐਨ ਵਿੱਚ ਪਾਇਆ ਗਿਆ ਸੀ ਕਿ ਕੋਰੋਨਾ ਤੋਂ ਠੀਕ ਹੋਏ 72% ਲੋਕਾਂ ਨੇ 1 ਮਹੀਨੇ ਬਾਅਦ ਆਪਣੀ ਸੁੰਘਣ ਦੀ ਸਮਰੱਥਾ ਨੂੰ ਹਾਸਲ ਕਰ ਲਿਆ, ਪਰ ਕੁਝ ਲਈ ਇਹ ਬਹੁਤ ਹੌਲੀ ਪ੍ਰਕਿਰਿਆ ਰਹੀ। ਇਸ ਦੌਰਾਨ US ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕੋਵਿਡ ਰੋਕੂ ਟੀਕਾ ਨਿਰਮਾਤਾ ਕੰਪਨੀਆਂ ਨੂੰ ਵੈਕਸੀਨ ਦੇ ਘਰੇਲੂ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਐਂਟੀ ਕੋਵਿਡ ਵੈਕਸੀਨ ਨਿਰਮਾਤਾਵਾਂ ਨੂੰ ਅਰਬਾਂ ਡਾਲਰ ਦੇ ਨਿਵੇਸ਼ ਦਾ ਪ੍ਰਸਤਾਵ ਵੀ ਦਿੱਤਾ ਹੈ। ਰਾਸ਼ਟਰਪਤੀ ਚਾਹੁੰਦੇ ਨੇ ਕਿ ਕੰਪਨੀਆਂ ਐਂਟੀ ਕੋਵਿਡ ਵੈਕਸੀਨ ਦੀ 1 ਅਰਬ ਡੋਜ਼ ਦਾ ਵਾਧੂ ਉਤਪਾਦਨ ਕਰਨ ਤਾਂ ਜੋ ਇਸ ਨੂੰ ਦੂਜੇ ਦੇਸ਼ਾਂ ਵਿੱਚ ਵੀ ਵੰਡਿਆ ਜਾ ਸਕੇ। ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੇ ਬਿਲਡ ਬੈਕ ਬੈਟਰ ਬਿੱਲ ਤੇ VOTING ਨਹੀਂ ਹੋ ਸਕੇ। ਇਸ ਦਾ ਬਜਟ 1850 ਅਰਬ ਡਾਲਰ ਹੈ। ਬਿੱਲ ਤੇ VOTING ਨਾ ਹੋਣ ਦੇ ਕਾਰਨ ਬਣਿਆ ਅਮਰੀਕੀ ਸੈਨੇਟ ਦੇ ਅੰਦਰ ਅੱਜ ਤੱਕ ਦੇ ਰਿਕਾਰਡ ਤੋੜਨ ਵਾਲਾ ਸਭ ਤੋਂ ਲੰਬਾ ਭਾਸ਼ਣ। ਕਰੀਬ 8 ਘੰਟੇ 32 ਮਿੰਟ ਦਾ ਇਹ ਭਾਸ਼ਣ ਰਿਪਬਲਿਕਨ ਸੈਨੇਟਰ ਕੇਵਿਨ ਮੈਕਾਰਥੀ ਨੇ ਦਿੱਤਾ। ਕੇਵਿਨ ਸੈਨੇਟ ਦੀ ਮੌਜੂਦਾ ਹਾਊਸ ਸਪੀਕਰ ਨੈਂਸੀ ਪੈਲੋਸੀ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 2018 ਵਿੱਚ 8 ਘੰਟੇ 7 ਮਿੰਟ ਲਈ ਲੰਬੀ ਸਪੀਚ ਦਿੱਤੀ ਸੀ। ਖਾਸ ਗੱਲ ਇਹ ਹੈ ਕਿ ਹਾਊਸ ਸਪੀਕਰ ਨੈਂਸੀ ਪੈਲੋਸੀ ਚਾਹੁੰਦੀ ਸੀ ਕਿ ਇਸ ਬਿੱਲ ਤੇ VOTING ਹੋ ਜਾਵੇ, ਲੇਕਿਨ ਕੇਵਿਨ ਨੇ ਭਾਸ਼ਣ ਦਾ ਸਮਾਂ ਘੱਟ ਕਰਨ ਤੋਂ ਇਨਕਾਰ ਕਰ ਦਿੱਤਾ, ਲਿਹਾਜ਼ਾ VOTING ਅਟਕ ਗਈ। ਕੇਵਿਨ ਨੇ ਭਾਸ਼ਣ ਦੀ ਸ਼ੁਰੂਆਤ ਵਿੱਚ ਕਿਹਾ, ਮੈਂ ਚਾਹੁੰਦਾ ਹਾਂ ਕਿ ਡੈਮੋਕ੍ਰੇਟਸ ਗੈਰ ਜ਼ਰੂਰੀ ਖਰਚ ਨਾ ਕਰਨ। ਅਸੀਂ ਉਹਨਾਂ ਦਾ ਇਸ ਤਰ੍ਹਾਂ ਬਿੱਲ ਪਾਸ ਕਰਨ ਤੋਂ ਪਹਿਲਾਂ ਵਾਰਨਿੰਗ ਦੇਣਾ ਚਾਹੁੰਦੇ ਹਾਂ। ਕੁਝ ਸੁਝਾਅ ਨੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ। ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਸੱਤਾ ਵਿੱਚ ਹੈ ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਵਿਰੋਧੀ ਧਿਰ ਵਿੱਚ। ਡੈਮੋਕ੍ਰੈਟਿਕ ਸੰਸਦ ਚਾਹੁੰਦੇ ਸਨ ਕਿ ਬਿੱਲ ਤੇ ਜਲਦ ਬਹਿਸ ਪੂਰੀ ਕੀਤੀ ਜਾਵੇ ਅਤੇ VOTING ਹੋ ਜਾਵੇ, ਲੇਕਿਨ ਕੇਵਿਨ ਨੇ ਅਜਿਹਾ ਹੋਣ ਨਹੀਂ ਦਿੱਤਾ। ਲੰਬੇ ਭਾਸ਼ਣ ਦੇ ਲਈ ਸੋਸ਼ਲ ਮੀਡੀਆ ਤੇ ਕੇਵਿਨ ਅਤੇ ਰਿਪਬਲਿਕਨਸ ਦੀ ਆਲੋਚਨਾ ਵੀ ਹੋ ਰਹੀ ਹੈ। ਸੱਤਾ ਧਿਰ ਦੇ ਨੇਤਾ ਸਟੇਨੇ ਹੋਇਰ ਨੇ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੇ ਕਿਹਾ ਕਿ ਅਸੀਂ ਜਲਦ ਹੀ ਇਸ ਬਿੱਲ ਤੇ VOTING ਕਰਾਂਗੇ। ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ। ਰਾਤ 8:38 ਵਜੇ ਕੇਵਿਨ ਬੋਲਣ ਖੜੇ ਹੋਏ ਅਤੇ ਸਵੇਰੇ 5:10 ਤੱਕ ਬੋਲਦੇ ਰਹੇ। ਉਹਨਾਂ ਦਾ ਭਾਸ਼ਣ 8 ਘੰਟੇ 32 ਮਿੰਟ ਚੱਲਿਆ। ਕੇਵਿਨ ਨੇ ਭਾਸ਼ਣ ਤੋਂ ਬਾਅਦ ਆਪਣੇ ਸਾਥੀਆਂ ਦਾ ਸ਼ੁਕਰੀਆ ਅਦਾ ਕੀਤਾ, ਕਿਹਾ ਮੇਰਾ ਸਾਥ ਦੇਣ ਲਈ ਧੰਨਵਾਦ। ਪਾਕਿਸਤਾਨ ਦੇ ਦੱਖਣ ਵਿੱਚ ਸਥਿਤ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਸ਼ਨੀਵਾਰ ਤੜਕੇ ਇੱਕ ਝੁੱਗੀ ਬਸਤੀ ਵਿੱਚ ਅੱਗ ਲੱਗ ਗਈ, ਜਿਸ ਨਾਲ ਕਰੀਬ 100 ਝੋਪੜੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਹਾਲਾਂਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ਹਿਰ ਦੇ ਕੇਂਦਰੀ ਫਾਇਰ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਇਨਾਇਤ ਉੱਲਾ ਮੁਤਾਬਕ ਮੱਧ ਕਰਾਚੀ ਦੇ तीन हट्टे इलाके च एक पुल हेठां लायारी नदी के कंढे स्थित घरां च अग लग गई। मौके ते फायर ब्रिगेड दीयां करीब 100 गड्डियां पहुंचियां ते कई घंटियां दी मुशक्कत तो बाद अग ते काबू पाया गया। उन्होंने कहा कि यह तुरंत पता नहीं चलिया कि अग किस कारण लगी। उन्होंने कहा कि अजिहियां घटनावां ठंड के मौसम की शुरुआत नाल हुंदियां ने, जद झुग्गी झोंपड़ियां च रहण वाले लोग ठंड तो बचण लई अग बालदे ने। पिछले साल भी इस इलाके विच अग लगण दीयां अजिहियां ही घटनावां प्लास्टिक अते कपड़ियां नाल बने लगभग 100 घर सड़ के सुआह हो गए सन। हालांकि इस घटना विच किसी दी मौत नहीं हुई सी। कोरोना वायरस के डेल्टा वेरिएंट के समान गुणा वाले SARS-CoV-2 वेरिएंट महामारी नूं होर ज्यादा गंभीर बना सकता है, इन्फेक्शन का तेज प्रसार कर सकता है ते पूर्ण टीकाकरण वालियां दे नाल ही पहला इस वायरस नाल इन्फेक्टेड हो चुके लोकां नूं भी दोबारा अपनी लपेट विच ले सकता है। एक नवे अध्ययन विच चिंता पैदा करन वाली जानकारी सामने आई है। सैल नाम की पत्रिका च प्रकाशित अध्ययन तो यह भी संकेत मिलता है कि तेजी नाल फैलन वाला वेरिएंट उस वेरिएंट की तुलना विच ज्यादा खतरनाक हो सकता है, जो आंशिक तौर पर प्रतिरक्षा प्रणाली नूं चकमा दे सकता है। हार्वर्ड यूनिवर्सिटी की शोधकर्ता मैरी बुशमैन कहती है कि हाल तक प्रतिरक्षा प्रणाली तो बच निकलन वाले वेरिएंट की पछाण रेड फ्लैग नाल की जाती है। अध्ययन च जो वेरिएंट पाया गया है हो सकता है कि वह येलो फ्लैग का है, पर जदों वधी हुई प्रसार समर्था नाल जुड़ता है तो गंभीर बन जाता है। डेल्टा वेरिएंट की वधी हुई प्रसार समर्था वाला वेरिएंट है जो भारत विच तबाहकारी दूजी लहर का कारण मनिया जाता है।
केंद्र सरकार ने तीनों खेती कानून वापस लैण का ऐलान तो कर दिता है, पर किसान यूनियन इस गल नाल पूरी तरह सहमत नहीं है। हुण शनिवार नूं होई किसान जथेबंदियां दी मीटिंग विच दिल्ली संसद वल मार्च करन दी तैयारी करन दा फैसला किया गया है। हालांकि तरीक नूं लैके स्थिति अजे स्पष्ट नहीं। MSP नूं लैके किसान जथेबंदियां विच नाराजगी है। दरअसल शनिवार नूं ਸਿੰਘੂ बॉर्डर ते किसान जथेबंदियां दी मीटिंग हुई सी, जिस विच फैसला किया गया है कि दिल्ली दीयां सरहदां ते किसान जथेबंदियां दी हड़ताल जारी रहेगी। किसान जथेबंदियां जल्दी ही लखनऊ और दिल्ली संसद वल मार्च करन दी तैयारी कर रही ने। इस दे नाल ही किसान जथेबंदियां दे आगुआं ने नाराजगी जाहिर करदिआं कहा कि प्रधानमंत्री नरेंद्र मोदी ने तीनों कानून रद्द करने का ऐलान तो कर दिता है, पर किसानों दी मंगां नूं लैके स्थिति स्पष्ट नहीं है। प्रधानमंत्री ने अजे तक घट्टो घट्ट समर्थन मुल ते कोई टिप्पणी नहीं की अते ना ही अंदोलन च शहीद होए किसानां बारे कोई बयान दिता है। जथेबंदी दे लोकां ने दस्सिया कि हुण तक किसान अंदोलन च शहीद होए 670 तो वध किसानां नूं श्रद्धांजलि भेंट करदिआं उन्हां दी कुर्बानी नूं भी परवान नहीं कीता। इन्हां शहीदां दे परिवारां नूं मुआवजा ते रोजगार दिता जावे तां जो उन्हां दे रिश्तेदारां नूं भविख विच किसी किस्म की परेशानी का सामना ना करना पवे। हरियाणा, यूपी, दिल्ली, उत्तराखंड, चंडीगढ़, मध्य प्रदेश अते होर सूबिਆਂ ਦੇ किसानां विरुद्ध सरकार ਵੱਲੋਂ झूठे केस दर्ज किए गए ਉਹ वापस ਲਏ ਜਾਣ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।